ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਲਿਵਿੰਗ ਇੰਡੀਆ ਨਿਊਜ਼ ਤੇ ਮੈਂ ਮਨਦੀਪ ਤੁਹਾਡਾ ਸਾਰਿਆਂ ਦਾ ਤਹਿ ਦਿਲੋਂ ਨਿੱਘਾ ਸਵਾਗਤ ਕਰਦੇ ਹਾਂ। ਉਮੀਦ ਕਰਦੀ ਹਾਂ ਸਾਰੇ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਜੀ। ਬੇहद ਖਾਸ ਪ੍ਰੋਗਰਾਮ ਵੀਜ਼ਾ ਲਾਈਵ ਲੈ ਕੇ ਆ ਗਏ ਹਾਂ। ਸੋ ਜੇਕਰ ਤੁਸੀਂ ਵੀਜ਼ਾ ਲੈਣਾ ਚਾਹੁੰਦੇ ਹੋ ਆਪਣੀ ਫੇਵਰੇਟ ਡੈਸਟੀਨੇਸ਼ਨ ਦਾ, ਕੈਨੇਡਾ ਜਾਣਾ ਚਾਹੁੰਦੇ ਹੋ, ਆਸਟ੍ਰੇਲੀਆ ਜਾਂ ਫਿਰ यूके ਜਾਣਾ ਚਾਹੁੰਦੇ ਹੋ, ਕਿਸ ਤਰੀਕੇ ਦੇ ਨਾਲ ਜਾ ਸਕਦੇ ਹੋ, ਕਿਹੜੀਆਂ ਖਾਸ ਜਿਹੜੀਆਂ ਗੱਲਾਂ ਨੇ, ਹਦਾਇਤਾਂ ਨੇ ਜਿਨ੍ਹਾਂ ਦਾ ਤੁਸੀਂ ਧਿਆਨ ਰੱਖਣਾ। ਮਨ 'ਚ ਕੋਈ ਵੀ ਸਵਾਲ ਲੈ ਕੇ ਬੈਠੇ ਹੋਗੇ ਤਾਂ ਸਾਰੇ ਹੀ ਸਵਾਲਾਂ ਦਾ ਰਲ ਮਿਲ ਕੇ ਅੱਜ ਫਿਰ ਤੋਂ ਜਵਾਬ ਲੱਭਾਂਗੇ। ਖਾਸ ਚਰਚਾ ਤੇ ਖਾਸ ਚਰਚਾ 'ਚ ਇੱਕ ਵਾਰ ਫਿਰ ਤੋਂ ਸੱਦਾ ਦਿੱਤਾ ਮੰਚ ਦੇ ਉੱਪਰ ਗੁੰਤਾਜ ਮੈਮ ਨੂੰ, ਜੋ ਕਿ ਚੋਪੜਾ ਕੰਸਲਟੈਂਸੀ ਤੋਂ ਨੇ। ਸੋ ਸਵਾਗਤ ਤੇ ਸਤਿ ਸ਼੍ਰੀ ਅਕਾਲ ਮੈਮ। सत श्री अकाल जी, सत श्री अकाल सारिਆਂ ਨੂੰ। ਸਭ ਦਾ ਬਹੁਤ ਬਹੁਤ ਸਵਾਗਤ ਹੈ ਇਸ ਸ਼ੋਅ 'ਚ ਸਾਡੇ। ਜੀ ਬਿਲਕੁਲ, ਕੀ ਹਾਲ ਚਾਲ ਨੇ ਮੈਮ? ਬਹੁਤ ਵਧੀਆ, ਤੁਸੀਂ ਸੁਣਾਓ? ਬਸ ਜੀ ਬਹੁਤ ਵਧੀਆ ਨੇ। ਸੋ ਦਰਸ਼ਕ ਜਿਹੜੇ ਨੇ ਸਾਡੇ ਇਹ ਵੀ ਬਹੁਤ ਵਧੀਆ ਨੇ, ਇਹ ਸਾਨੂੰ ਬਹੁਤ ਪਿਆਰ ਦਿੰਦੇ ਨੇ ਤੇ ਇਹਨਾਂ ਦੇ ਪਿਆਰ ਸਦਕਾ ਹੀ ਅਸੀਂ ਹਰ ਵਾਰ ਕਿਸੇ ਖਾਸ ਐਕਸਪਰਟ ਨੂੰ ਸਾਧਦੇ ਹਾਂ, ਕਿਉਂਕਿ ਇਹ ਸਾਡੇ ਤੇ ਕਰਦੇ ਨੇ ਬਹੁਤ ਜ਼ਿਆਦਾ ਭਰੋਸਾ। ਬਿਲਕੁਲ ਤੇ ਇਸੇ ਕਰਕੇ ਸਾਡਾ ਵੀ ਫਰਜ਼ ਬਣਦਾ ਕਿ ਅਸੀਂ ਇਹਨਾਂ ਦੀਆਂ ਉਮੀਦਾਂ ਤੇ ਖਰੇ ਉਤਰੀਏ। ਸੋ ਸਵਾਲਾਂ ਗੱਲਾਂ ਬਾਤਾਂ ਤਾਂ ਇਦਾਂ ਹੀ ਚੱਲਦੀਆਂ ਰਹਿਣਗੀਆਂ, ਸਵਾਲਾਂ ਵਾਲੇ ਪਾਸੇ ਥੋੜਾ ਜਿਹਾ ਹੋ ਜਾਈਏ। ਪਹਿਲਾ ਸਵਾਲ ਜਿਹੜਾ ਮੇਰਾ ਇਸ ਵੇਲੇ ਦਾ ਅੱਜ ਦਾ ਤੁਹਾਨੂੰ ਹੈਗਾ, ਦਰਸ਼ਕਾਂ ਨੂੰ ਦੱਸਦਾ ਮੈਂ ਲਾਈਵ ਹੋ ਚੁੱਕੇ ਹਾਂ, ਤੁਸੀਂ ਵੀ ਸਾਡੇ ਸ਼ੋਅ ਦਾ ਹਿੱਸਾ ਬਣ ਸਕਦੇ ਹੋ। ਜ਼ਹਿਨ 'ਚ ਕੋਈ ਵੀ ਸਵਾਲ ਉੱਠ ਰਿਹਾ ਕੈਨੇਡਾ, ਆਸਟ੍ਰੇਲੀਆ, यूके ਜਾਣ ਨੂੰ ਲੈ ਕੇ, ਤਾਂ ਕਾਲ ਕਰੋ। ਸਕਰੀਨ ਤੇ ਨੰਬਰ ਲਗਾਤਾਰ ਚੱਲ ਰਿਹਾ ਹੈ, ਕਾਲ ਕਰਕੇ ਸਾਡੇ ਸ਼ੋਅ ਦਾ ਹਿੱਸਾ ਬਣ ਸਕਦੇ ਹੋ। ਆਪਣੇ ਸਵਾਲ ਦਾ ਜਵਾਬ ਗੁੰਤਾਜ ਮੈਮ ਹੋਰਾਂ ਤੋਂ ਲੈ ਸਕਦੇ ਹੋ। ਸੋ ਸਵਾਲਾਂ ਵੱਲ ਨੂੰ ਥੋੜਾ ਜਿਹਾ ਰੁਖ ਕਰ ਲਈਏ। ਇਸ ਟਾਈਮ ਅਸੀਂ ਸ਼ੋਅਸ ਕਰਦੇ ਹਾਂ, ਬਾਹਰ ਮਾਰਕੀਟ 'ਚ ਵੀ ਦੇਖਦੇ ਹਾਂ, ਤਾਂ ਇਸ ਟਾਈਮ ਅਪਡੇਟ ਹੀ ਚੱਲ ਰਹੀਆਂ ਨੇ ਵੀ ਕੈਨੇਡਾ ਨੇ ਇਸ ਟਾਈਮ ਜਿਹੜਾ ਫਲਾਈਟਸ ਨੇ ਬੰਦ ਕੀਤੀਆਂ ਹੋਈਆਂ ਨੇ, ਸਟੂਡੈਂਟ ਫਲਾਈ ਨਹੀਂ ਹੋ ਰਿਹਾ ਹੈਗਾ। ਸੋ ਕਿੰਨੀ ਕੁ ਸੱਚਾਈ ਹੈਗੀ ਗੱਲ ਦੇ ਵਿੱਚ, ਸਟੂਡੈਂਟ ਫਲਾਈ ਹੋ ਰਿਹਾ ਜਾਂ ਨਹੀਂ ਹੋ ਰਿਹਾ, ਕੀ ਸੱਚ ਕੀ ਹੈ, ਇਹਦਾ ਸੈਕੰਡ ਪੱਖ ਕੀ ਹੈਗਾ ਇਹਦਾ? ਜੇ ਆਪਾਂ ਟਰੈਵਲ ਦੀ ਗੱਲ ਕਰੀਏ, ਸਭ ਤੋਂ ਪਹਿਲਾਂ ਤਾਂ ਇਹ ਹੈ ਕਿ ਸਾਡੇ ਕੋਲ ਪਾਸਪੋਰਟ ਰਿਕੁਐਸਟ ਆਫ ਕੋਰਸ ਆਣੀ ਬਹੁਤ ਜ਼ਰੂਰੀ ਹੈ। ਜੇ ਸਾਡੇ ਕੋਲ ਇੱਕ ਵੈਲਿਡ ਪਾਸਪੋਰਟ ਰਿਕੁਐਸਟ ਆਈ ਹੋਈ ਹੈ, ਤੇ ਵੀਜ਼ਾ ਸਟੈਂਪਡ ਹੈ ਸਾਡੇ ਕੋਲ, ਐਂਡ ਤੁਹਾਡਾ ਕਾਲਜ ਉਸ ਕੈਟੇਗਰੀ 'ਚ ਫਾਲ ਕਰਦਾ ਹੈ ਜਿਹਦੇ ਵਿੱਚ ਤੁਹਾਡਾ ਕੁਆਰੰਟਾਈਨ ਪਲਾਨ ਅਪਰੂਵਡ ਹੈ, ਤੁਸੀਂ ਐਕਚੁਅਲੀ 'ਚ ਟਰੈਵਲ ਕਰ ਸਕਦੇ ਹੋ। ਤੁਸੀਂ ਉਸ ਕਾਲਜ ਦਾ ਪੂਰਾ ਕੁਆਰੰਟਾਈਨ ਪਲਾਨ ਅਬਾਈਡ ਕਰਦੇ ਹੋਏ ਟਰੈਵਲ ਕਰਨਾ ਹੈ। ਇਹ ਨਾ ਹੋਏ ਕਿ ਤੁਸੀਂ ਉੱਥੇ ਪਹੁੰਚ ਗਏ ਤੇ ਤੁਸੀਂ ਉੱਥੇ ਕੋਈ ਪ੍ਰਾਈਵੇਟ ਗੱਡੀ ਲੈ ਕੇ ਉਹਨਾਂ ਦੇ ਜੋ ਵੀ ਉਹਨਾਂ ਦਾ ਡੈਜ਼ਿਗਨੇਟਿਡ ਇੰਸਟੀਟਿਊਟ ਹੋਏਗਾ ਜਿੱਥੇ ਤੁਸੀਂ ਜਾ ਕੇ ਰਹਿਣਾ ਹੈ, ਤੁਸੀਂ ਉੱਥੇ ਆਪਣੀ ਪ੍ਰਾਈਵੇਟ ਗੱਡੀ ਲੈ ਕੇ ਚਲੇ ਗਏ 에ਅਰਪੋਰਟ ਤੋਂ, ਇਨ ਦੈਟ ਕੇਸ ਤੁਹਾਨੂੰ ਫਾਈਨ ਲੱਗ ਸਕਦਾ ਹੈ। ਸਪੋਜ਼ ਤੁਸੀਂ XYZ ਕਾਲਜ ਤੁਸੀਂ ਉੱਥੇ ਜਾ ਕੇ ਪੜ੍ਹਨਾ ਹੈ, ਉਸ ਕਾਲਜ ਦੀ ਬੱਸ ਤੁਹਾਨੂੰ ਆਪ ਲੈ ਕੇ ਜਾਊਗੀ, ਤੁਹਾਨੂੰ ਆਪ ਉਸ ਹੋਟਲ 'ਚ ਛੱਡੂਗੀ, ਐਂਡ 14 ਦਿਨ ਤੁਹਾਡਾ ਪੂਰਾ ਰਿਕਾਰਡ ਰਹੇਗਾ। ਉਸ ਤੋਂ ਬਾਅਦ ਤੁਸੀਂ ਆਪਣਾ ਬਾਹਰ ਨਿਕਲ ਸਕਦੇ ਹੋ। ਤੇ ਟਰੈਵਲ ਰਿਸਟ੍ਰਿਕਸ਼ਨ ਸਿਰਫ ਇਹ ਚੀਜ਼ ਦਾ ਧਿਆਨ ਰੱਖਣਾ ਹੈ ਕਿ ਤੁਸੀਂ ਉਸ ਕੈਟੇਗਰੀ 'ਚ ਫਾਲ ਕਰਦੇ ਹੋ ਕਿ ਤੁਹਾਡਾ ਕੁਆਰੰਟਾਈਨ ਪਲਾਨ ਅਪਰੂਵਡ ਹੈ ਤੁਹਾਡੇ ਕਾਲਜ ਦਾ, ਐਂਡ ਤੁਸੀਂ ਆਰਾਮ ਨਾਲ ਟਰੈਵਲ ਕਰ ਸਕਦੇ ਹੋ। ਜੀ ਮਤਲਬ ਮੇਨ ਇੱਥੇ ਗੱਲ ਇਹ ਸੀਗੀ ਵੀ ਕੁਆਰੰਟਾਈਨ ਵਾਲੀ ਗੱਲ ਤਾਂ ਜਿਹੜੀ ਇਹ ਤਾਂ ਸੱਚ ਹੈ, ਲੇਕਿਨ ਬੱਚਾ ਟਰੈਵਲ ਕਰ ਰਿਹਾ ਜਾਂ ਨਹੀਂ ਕਰ ਰਿਹਾ, ਕਰ ਸਕਦਾ ਹੈ ਕਿ ਨਹੀਂ ਕਰ ਸਕਦਾ ਇਹਨਾਂ ਦਿਨਾਂ ਦੇ ਵਿੱਚ? ਇਹਨਾਂ ਦਿਨਾਂ ਦੇ ਸੀ ਇਹ ਚੀਜ਼ ਇਹੋ ਜਿਹੀ ਥੋੜੀ ਜਿਹੀ ਸਬਜੈਕਟਿਵ ਹੈ, ਇਹ ਬੱਚੇ ਤੇ ਡਿਪੈਂਡ ਕਰਦਾ। ਕਈ ਬੱਚੇ ਡਰੇ ਹੋਏ ਜੀ, ਹਜੇ ਨਹੀਂ ਅਸੀਂ ਟਰੈਵਲ ਕਰਨਾ, ਹਜੇ ਅਸੀਂ ਆਨਲਾਈਨ ਹੀ ਪੜ੍ਹ ਲੈਂਦੇ ਹਾਂ, ਤੇ ਬਾਅਦ ਚ ਜਦ ਸਾਰੀ ਚੀਜ਼ਾਂ ਥੋੜੀ ਜਿਹੀ ਨੋਰਮਲਾਈਜ਼ ਹੋ ਜਾਣਗੇ ਫਿਰ ਆਪਾਂ ਉੱਥੇ ਜਾ ਕੇ ਪੜ੍ਹ ਲਾਂਗੇ। ਇਹ ਬੇਸਿਕਲੀ ਬੱਚੇ ਦਾ ਡਰ ਹੈ ਅੰਦਰ ਦਾ ਕਿ ਬੱਚਾ ਆਪ ਕੀ ਕਰਨਾ ਚਾਹ ਰਿਹਾ ਹੈ, ਟਰੈਵਲ ਕਰਨਾ ਚਾਹ ਰਿਹਾ ਹੈ ਕਿ ਨਹੀਂ ਕਰਨਾ ਚਾਹ ਰਿਹਾ। ਸੋ ਜੇ ਆਪਾਂ ਉਸ ਪੱਖੋਂ ਦੇਖੀਏ ਉਹ ਇੱਕ ਪਰਸਨਲ ਡਿਸੀਜਨ ਹੈ, ਬਟ ਅਦਰਵਾਈਜ਼ ਜੇ ਆਪਾਂ ਸਰਕਾਰ ਵੱਲੋਂ ਦੇਖੀਏ ਤੇ ਰਿਸਟ੍ਰਿਕਸ਼ਨ ਜ਼ਰੂਰ ਹੈਗੀਆਂ ਹੈ, ਪਰ ਜੇ ਆਪਾਂ ਉਸ ਰਿਸਟ੍ਰਿਕਸ਼ਨਸ ਨੂੰ ਫੋਲੋ ਕਰਦਾ, ਜਿਵੇਂ ਕੋਵਿਡ ਨੈਗੇਟਿਵ ਟੈਸਟ ਦੀ ਰਿਪੋਰਟ ਲੈ ਕੇ ਜਾਣੀ ਹੈ, ਕੁਆਰੰਟਾਈਨ ਪਲਾਨ ਫੋਲੋ ਕਰਨਾ ਹੈ, ਜੋ ਟਰੈਵਲ ਕਰਨਾ ਚਾਹੁੰਦੇ ਹੈ ਉਹਨਾਂ ਨੇ ਇਹ ਸਾਰੀ ਚੀਜ਼ਾਂ ਨੂੰ ਅਬਾਈਡ ਕਰਦੇ ਹੋਏ ਜ਼ਰੂਰ ਟਰੈਵਲ ਕਰ ਸਕਦੇ ਹੈ। ਬਿਲਕੁਲ। ਸੋ ਲਾਈਵ ਹੈਗੇ ਗੁੰਦਾਸ ਜੀ ਤੇ ਦਰਸ਼ਕ ਸਾਡੇ ਨਾਲ ਜੁੜਨਾ ਸ਼ੁਰੂ ਹੋ ਗਏ ਨੇ। ਸੋ ਦਰਸ਼ਕਾਂ ਦੀ ਕਤਾਰ ਚੋਂ ਇੱਕ ਜਿਹੜੇ ਦਰਸ਼ਕ ਨੇ ਉਹਨਾਂ ਨੂੰ ਐਡ ਕਰ ਲੈਣੇ ਆ, ਉਹਨਾਂ ਤੋਂ ਉਹਨਾਂ ਦਾ ਸਵਾਲ ਜਾਣ ਲੈਣੇ ਆ। ਹੈਲੋ ਜੀ, ਸੰਪਰਕ ਜਿਹੜਾ ਉਹ ਸ਼ਾਇਦ ਟੁੱਟ ਗਿਆ। ਸੋ ਕੈਨੇਡਾ ਦੀ ਗੱਲ ਕਰਦੇ ਪਏ, ਕੈਨੇਡਾ ਦਾ ਮੈਂ ਸਭ ਤੋਂ ਪਹਿਲਾਂ ਗੈਪ ਦਾ ਜਿਹੜਾ ਸਵਾਲ ਹੈ ਪੁੱਛਣਾ ਚਾਹੂੰਗੀ ਕਿ ਕਿੰਨਾ ਗੈਪ ਇਸ ਵੇਲੇ, ਹੁਣ ਜਿਹੜੇ ਬੱਚੇ ਹੈਗੇ ਆ ਉਹ ਮਤਲਬ ਅਪਲਾਈ ਕਰਦੇ ਨੇ, ਕਿੰਨੇ ਗੈਪ ਵਾਲੇ, ਕਿੰਨਾ ਗੈਪ ਅਸੈਪਟ ਹੋਊਗਾ? ਸੀ ਜੇ ਆਪਾਂ ਕੈਨੇਡਾ ਦੇ ਗੈਪ ਦੀ ਗੱਲ ਕਰੀਏ, 5 ਸਾਲ 6 ਸਾਲ 7 ਸਾਲ ਗੈਪ ਬਹੁਤ ਆਰਾਮ ਨਾਲ ਐਕਸੈਪਟੇਬਲ ਹੈ। 1 ਸਾਲ 2 ਸਾਲ ਦੀ ਵੀ ਆਪਾਂ ਗੱਲ ਕਰੀਏ, ਸਾਰੇ ਗੈਪ ਐਕਸੈਪਟੇਬਲ ਹੈ, ਬਟ ਸਾਨੂੰ ਇੱਕ ਜਸਟੀਫਿਕੇਸ਼ਨ ਦੇਣੀ ਪੈਂਦੀ ਹੈ। ਜੇ ਬੱਚਾ 1 ਸਾਲ ਵੀ ਘਰੇ ਬੈਠਾ ਹੈ ਤੇ ਉਹ ਘਰੇ ਕਿਉਂ ਬੈਠਾ ਹੈ, ਜੇ ਉਹਨੇ ਜੌਬ ਕੀਤੀ ਹੈ ਤੇ ਜੌਬ ਕਿੱਥੇ ਕੀਤੀ, ਸਾਨੂੰ ਐਕਸਪੀਰੀਅੰਸ ਸਰਟੀਫਿਕੇਟ। ਚਲੋ ਕਈ ਵਾਰ ਹੁੰਦਾ ਕਿ ਕਈ ਮੈਡੀਕਲ ਰੀਜ਼ਨਸ ਕਰਕੇ ਬੱਚਾ ਕੁਝ ਵੀ ਨਹੀਂ ਕਰ ਪਾਉਂਦਾ, ਸੋ ਤੁਹਾਨੂੰ ਵੀ ਘਬਰਾਉਣ ਦੀ ਲੋੜ ਨਹੀਂ ਹੈ। ਜੇ ਤੁਹਾਡੇ ਕੋਲ ਉਹਦੀ ਮੈਡੀਕਲ ਪ੍ਰਿਸਕ੍ਰਿਪਸ਼ਨਸ ਹੈਗੀਆਂ, ਆਪਣਾ ਮੈਡੀਕਲ ਰਿਕਾਰਡ ਹੈਗਾ ਹੈ, ਜਾਂ ਜੇ ਕੋਈ ਵੀ ਹੋਰ ਰੀਜ਼ਨ ਹੈ, ਸਮ ਅਨਅਵੋਇਡੇਬਲ ਰੀਜ਼ਨ ਜਿਹਦੇ ਕਰਕੇ ਤੁਸੀਂ ਜੌਬ ਨਹੀਂ ਕਰ ਪਾਏ ਪਰ ਤੁਸੀਂ ਘਰੇ ਬੈਠੇ ਰਹੇ, ਮੇਬੀ ਤੁਹਾਡੇ ਕੋਈ ਵੱਡੇ ਪਰਿਵਾਰ ਚ ਘਰ ਚ ਬਿਮਾਰ ਹੈ, ਜਾਂ ਕੁਝ ਵੀ ਸਰਕਮਸਟੈਂਸਿਸ ਇਹੋ ਜਿਹੇ ਹੋ ਸਕਦੇ ਹੈ, ਸੋ ਜੇ ਤੁਹਾਡੇ ਕੋਲ ਇੱਕ ਪ੍ਰੋਪਰ ਪ੍ਰੂਫ ਹੈ ਉਸ ਚੀਜ਼ ਦਾ, ਤੁਸੀਂ ਬਹੁਤ ਆਰਾਮ ਨਾਲ ਉਸ ਚੀਜ਼ ਨੂੰ ਅੱਗੇ ਲੈ ਕੇ ਆਪਣਾ ਵੀਜ਼ਾ ਫਾਈਲਿੰਗ ਕਰਾ ਸਕਦੇ ਹੋ। ਬਿਲਕੁਲ ਜੀ। ਸੋ ਲਾਈਵ ਹੈਗੇ ਆ, ਦਰਸ਼ਕ ਕਤਾਰ ਦੇ ਵਿੱਚ ਲੱਗੇ ਹੋਏ ਨੇ, ਇੱਕ ਹੋਰ ਦਰਸ਼ਕ ਨਾਲ ਜੁੜੇ ਨੇ, ਉਹਨਾਂ ਤੋਂ ਸਵਾਲ ਜਾਣਦੇ ਆ। ਹੈਲੋ ਜੀ, ਪਲੀਜ਼ ਪਹਿਲਾਂ ਆਪਣੀ ਟੀਵੀ ਦੀ ਆਵਾਜ਼ ਘਟਾ ਦਿਓ, ਟੀਵੀ ਦੀ ਆਵਾਜ਼ ਘਟਾ ਕੇ ਆਪਣਾ ਸਵਾਲ ਸਾਡੇ ਨਾਲ ਸ਼ੇਅਰ ਕਰੋ ਜੀ। ਸਤਿ ਸ਼੍ਰੀ ਅਕਾਲ।
ਤੁਸੀਂ ਟੀਵੀ ਦੀ ਆਵਾਜ਼ ਨਹੀਂ ਘਟਾਓਗੇ ਤਾਂ ਸਾਡਾ ਸੰਪਰਕ ਟੁੱਟ ਸਕਦਾ ਹੈ। ਟੀਵੀ ਦੀ ਆਵਾਜ਼ ਪਲੀਜ਼ ਘਟਾ ਕੇ ਆਪਣਾ ਸਵਾਲ ਸਾਡੇ ਨਾਲ ਸਾਂਝਾ ਕਰੋ। ਅਸੀਂ ਲਾਈਵ ਹੈਗੇ ਹਾਂ, ਸੋ ਟਾਈਮ ਬਹੁਤ ਘੱਟ ਹੁੰਦਾ ਹੈ, ਤੁਹਾਡੇ ਸਵਾਲ ਜਿਹੜੇ ਨੇ ਉਹ ਜ਼ਿਆਦਾ ਹੁੰਦੇ ਨੇ, ਸੋ ਪਲੀਜ਼ ਟੀਵੀ ਦੀ ਆਵਾਜ਼ ਘਟਾ ਦਿਓ ਜੀ। ਸੰਪਰਕ ਉਹੀ ਗੱਲ ਹੋਈ, ਸੰਪਰਕ ਟੁੱਟ ਗਿਆ। ਸੋ ਸਵਾਲ ਚਲੋ ਦਰਸ਼ਕ ਸਾਡੇ ਨਾਲ ਜੁੜੇ ਨੇ ਲੇਕਿਨ ਹੋਰ ਵੀ ਜੁੜ ਰਹੇ ਨੇ, ਸੋ ਤੁਸੀਂ ਕਾਲ ਕਰ ਸਕਦੇ ਹੋ, ਲਾਈਵ ਹੈਗਾ, ਸਕਰੀਨ ਤੇ ਨੰਬਰ ਲਗਾਤਾਰ ਚੱਲ ਰਿਹਾ ਹੈ, ਮਨ 'ਚ ਕੋਈ ਵੀ ਸਵਾਲ ਹੈਗਾ ਪੁੱਛ ਸਕਦੇ ਹੋ। ਤਾਂ ਥੋੜਾ ਜਿਹਾ ਮੈਂ ਇੱਕ ਇਹ ਤਾਂ ਰਹੀ ਫਰੈਸ਼ ਬੱਚਿਆਂ ਦੀ ਗੱਲ ਜਿਹੜੇ ਜਾਣਾ ਚਾਹੁੰਦੇ ਨੇ, ਲੇਕਿਨ ਹੁਣ ਮੈਂ ਗੱਲ ਕਰਨਾ ਚਾਹੂੰਗੀ ਉਹ ਬੱਚਿਆਂ ਦੀ, ਬਹੁਤ ਸਾਰੇ ਬੱਚੇ ਸੀ ਕਿਉਂਕਿ ਕਰੋਨਾ ਕਾਲ ਦੇ ਟਾਈਮ ਪੀਰੀਅਡ 'ਚ ਬੱਚਿਆਂ ਨੇ ਬਹੁਤ ਕੁਝ ਝੇਲਿਆ ਵਾ, ਹਨਾ। ਬਿਲਕੁਲ ਸਾਰਿਆਂ ਨੇ ਝੇਲਿਆ, ਤੇ ਲੇਕਿਨ ਇੱਕ ਜਿਹੜਾ ਸਟੂਡੈਂਟ ਸੀ ਜਿਹਨੇ ਬਾਹਰ ਜਾ ਕੇ ਪੜ੍ਹਨਾ ਸੀ, ਉਹਦਾ ਤਾਂ ਇੱਕ ਵਾਰੀ ਦਿਮਾਗ ਖਰਾਬ ਹੋਣ ਵਾਲਾ ਕੰਮ ਹੋ ਗਿਆ ਕਿ ਮੈਂ ਕੀ ਕਰਾਂ ਤੇ ਕੀ ਨਾ ਕਰਾਂ। ਘਰਦਿਆਂ ਦੇ ਪੈਸੇ ਵੀ ਲੱਗੇ ਹੋਏ ਆ, ਬਹੁਤ ਕੁਝ ਹੈ, ਬਹੁਤ ਕੁਝ ਹੋਇਆ। ਸੋ ਇਸੇ ਦੌਰਾਨ ਹੁਣ ਜਿਹੜਾ ਜੈਨ ਇਨਟੇਕ ਵਾਲਾ ਬੱਚਾ ਸੀਗਾ, ਬਹੁਤ ਸਾਰੇ ਐਸੇ ਬੱਚੇ ਸੀ ਜਿਨ੍ਹਾਂ ਨੇ ਡੈਫਰਮੈਂਟ ਲੈ ਲਈ, ਡੈਫਰ ਲੈ ਲਿਆ ਕਿਉਂਕਿ ਉਹਨਾਂ ਦੀ AIP ਨਹੀਂ ਆਈ ਸੀ, ਉਹਨਾਂ ਕੋਲ ਕੋਈ ਉਹਨਾਂ ਦੇ ਹੱਥ ਪੱਲੇ ਕੁਝ ਨਹੀਂ ਸੀ, ਸੋ ਫੀਸ ਭਰੀ ਹੋਈ ਸੀ, ਇਸ ਕਰਕੇ ਉਹਨਾਂ ਨੇ ਸੋਚਿਆ ਵੀ ਡੈਫਰ ਲੈ ਲੈਂਦੇ ਆ। ਡੈਫਰ ਲੈ ਲਿਆ, ਡੈਫਰ ਲੈਣ ਤੋਂ ਬਾਅਦ ਹੁਣ ਉਹਨਾਂ ਦਾ ਕੀ ਹੋਇਆ, AIP ਆ ਗਏ। ਸੋ ਉਹਨਾਂ ਸਟੂਡੈਂਟ ਦਾ ਕੀ ਭਵਿੱਖ ਦੇਖਦੇ ਹੋ? ਸੀ ਜੇ ਤੁਸੀਂ ਬਹੁਤ ਵਧੀਆ ਸਵਾਲ ਪੁੱਛਿਆ, ਬਿਕੋਜ਼ ਇੱਕ ਇਹੋ ਜਿਹਾ ਸਵਾਲ ਹੈ ਜੋ ਅੱਜ ਕੱਲ ਆਈ ਥਿੰਕ ਹਰ ਦੂਜੇ ਬੱਚੇ ਨਾਲ ਇਹੀ ਹੋ ਰਿਹਾ ਹੈ। ਬਿਲਕੁਲ ਜੀ, ਬਿਕੋਜ਼ ਵੀਜ਼ਾ ਪ੍ਰੋਸੈਸਿੰਗ ਡਿਲੇਡ ਹੈ, ਡਿਲੇਡ ਵੀਜ਼ਾ ਪ੍ਰੋਸੈਸਿੰਗ ਕਰਕੇ ਬੱਚਿਆਂ ਦੀ ਕਲਾਸਾਂ ਸਟਾਰਟ ਹੋ ਗਈਆਂ, AIP ਨਹੀਂ ਆਏ, ਤੇ ਬੱਚਾ ਐ ਹੋ ਜਾਂਦਾ ਹੈ ਕਿ ਹੁਣ ਵਿੱਚ ਰਹਿ ਜਾਂਦਾ ਹੈ ਕਿ ਮੈਂ ਅੱਗੇ ਪ੍ਰੋਸੈਸ ਕਰਾਂ ਨਾ ਕਰਾਂ, ਡੈਫਰਮੈਂਟ ਪਾਵਾਂ ਨਾ ਪਾਵਾਂ, ਮੈਂ ਕੀ ਕਰਾਂ। ਸੋ ਇਸ ਕਰਕੇ ਬਹੁਤ ਬੱਚਿਆਂ ਨੇ ਇਸ ਡਰ ਤੋਂ ਬਚਣ ਲਈ ਨਾ ਫਟਾਫਟ ਆਪਣੀ ਡੈਫਰਮੈਂਟਸ ਪਾਤੀਆਂ, ਡੈਫਰਮੈਂਟ ਪਾਈਆਂ ਤੇ ਪਿੱਛੋਂ ਉਹਨਾਂ ਨੂੰ AIP ਆ ਗਿਆ। ਸੋ ਇਸ ਸਾਰਿਆਂ ਦੇ ਵਿੱਚ ਕੀ ਹੋ ਗਿਆ ਕਿ ਬੱਚਾ ਵਿੱਚ ਰਹਿ ਗਿਆ ਕਿ ਹੁਣ ਮੈਂ AIP ਲਵਾਂ, ਪਰ ਮੈਂ ਡੈਫਰਮੈਂਟ, ਮੇਰੀ ਡੈਫਰਡ LOA ਵੀ ਆ ਗਈ ਹੈ, ਹੁਣ ਮੈਂ ਕੀ ਕਰਾਂ। ਸੋ ਇਸ ਕੇਸ ਵਿੱਚ ਮੈਂ ਤੁਹਾਨੂੰ ਇਹ ਸੁਜੈਸਟ ਕਰੂੰਗੀ ਕਿ ਹਰ ਬੱਚਾ ਇੱਕ ਵੈਬ ਫਾਰਮ ਸਬਮਿਟ ਕਰੇ ਆਪਣੀ ਅਪਡੇਟਡ LOA ਐਂਡ ਅਪਡੇਟਡ TT ਰਿਸੀਟ ਦੇ ਨਾਲ। ਸੋ ਉਹਦੇ ਨਾਲ ਕੀ ਹੋਊਗਾ, ਜਦ ਤੁਹਾਡੀ ਵੀਜ਼ਾ ਪ੍ਰੋਸੈਸਿੰਗ, ਬਿਕਾਜ਼ ਹਜੇ ਤੁਹਾਡੀ ਇੱਕ ਫਾਈਨਲ ਰਿਜ਼ਲਟ ਆਣਾ ਬਾਕੀ ਹੈ, ਸੋ ਜਦ ਤੁਹਾਡਾ ਫਾਈਨਲ ਰਿਜ਼ਲਟ ਆਉਣਾ ਹੈ, ਸੋ ਇਹ ਦੋਨੋਂ ਚੀਜ਼ਾਂ ਜਦ ਅਪਡੇਟਡ ਐਮਬੈਸੀ ਕੋਲ ਹੋਣਗੀਆਂ, ਸੋ ਅਕੋਰਡਿੰਗਲੀ ਉਹ ਤੁਹਾਨੂੰ ਮੇਨ ਟੇਕ ਦੇ ਹਿਸਾਬ ਨਾਲ ਤੁਹਾਨੂੰ ਵੀਜ਼ਾ ਅਪਰੂਵ ਜਾਂ ਰਿਫਿਊਜ਼ਲ ਜਿਵੇਂ ਵੀ ਹੋਣਾ ਹੈ, ਅਸੀਂ ਅਪਰੂਵਲ ਦੀ ਗੱਲ ਹੀ ਕਰਾਂਗੇ, ਬਿਲਕੁਲ ਨੈਗੇਟਿਵ ਨਹੀਂ ਕਰਨਾ, ਨੈਗੇਟਿਵ ਨਹੀਂ ਕਰਨਾ। ਸੋ ਜੇ ਅਪਰੂਵਲ ਆਣੀ ਹੈ ਸੋ ਉਸ ਹਿਸਾਬ ਨਾਲ ਹੀ ਆਊਗੀ। ਐਂਡ ਜੇ ਆਪਾਂ ਗੱਲ ਕਰੀਏ AIP ਲੈ ਲਿਆ ਬੱਚੇ ਨੇ, ਫਿਰ ਹੁਣ ਬੱਚਾ ਸੋਚ ਰਿਹਾ ਕਿ ਮੇਰਾ ਤਾਂ ਕਿਸੇ ਕੰਮ ਦਾ ਨਹੀਂ ਰਿਹਾ AIP, ਕਿ ਵੀ ਜਨਵਰੀ ਇਨਟੇਕ ਲਈ ਆਏ ਸੀ, ਸੋ ਉਹ ਬੱਚਿਆਂ ਲਈ ਤੁਹਾਨੂੰ ਘਬਰਾਉਣ ਦੀ ਲੋੜ ਨਹੀਂ, ਇਹ AIP ਤੁਹਾਡੇ ਅੱਗੇ ਮੇਨ ਟੇਕ ਲਈ ਵੀ ਵੈਲਿਡ ਰਹੇਗਾ। ਸੋ ਇਸ ਕਰਕੇ ਤੁਹਾਨੂੰ ਕਿਸੇ ਪੱਖੋਂ ਟੈਨਸ਼ਨ ਲੈਣ ਦੀ ਲੋੜ ਨਹੀਂ, ਤੁਸੀਂ ਅਪਡੇਟ ਕਰ ਦਿਓ ਵੈਬ ਫਾਰਮ ਤੇ, ਐਂਡ ਨਾਲ ਤੁਹਾਡੀ AIP ਵੀ ਆਈ ਹੋਈ ਹੈ, ਔਰ ਜਿਵੇਂ ਤੁਹਾਡਾ ਵੀਜ਼ਾ ਅਪਰੂਵਲ ਆ ਗਿਆ, ਤੁਸੀਂ ਜੇ ਟਰੈਵਲ ਕਰਨਾ ਮੇ ਤੇ ਜਾ ਕੇ ਟਰੈਵਲ ਕਰ ਲਓ, ਜੇ ਆਨਲਾਈਨ ਉਹਨਾਂ ਦਾ ਕੰਡੀਸ਼ਨ ਰਹਿੰਦੀ ਤੇ ਤੁਸੀਂ ਆਨਲਾਈਨ ਵੀ ਪਾ ਸਕਦੇ ਹੋ। ਬਿਲਕੁਲ, ਸੋ ਇਹ ਤਾਂ ਹੋਈ ਪੋਜ਼ਿਟਿਵ ਗੱਲ। ਸੋ ਪੋਜ਼ਿਟਿਵ ਗੱਲ ਦਾ ਜਿਹੜਾ ਨੈਗੇਟਿਵ ਦੂਜਾ ਪਹਿਲੂ ਹੈ ਉਸ ਨਾਲ ਜੁੜਿਆ ਵੀ ਸਵਾਲ ਪੁੱਛਣਾ ਚਾਹੂੰਗੀ, ਲੇਕਿਨ ਦਰਸ਼ਕ ਕਤਾਰ ਦੇ ਵਿੱਚ ਨੇ, ਉਹਨਾਂ ਤੋਂ ਸਵਾਲ ਜਾਣਦੇ ਆ। ਸੋ ਮੇਰੀ ਦਰਸ਼ਕਾਂ ਨੂੰ ਗੁਜ਼ਾਰਿਸ਼, ਜਦੋਂ ਵੀ ਕਾਲ ਕਰਦੇ ਹੋ ਪਲੀਜ਼ ਟੀਵੀ ਦੀ ਆਵਾਜ਼ ਘਟਾ ਦਿਆ ਕਰੋ ਤਾਂ ਕਿ ਸੰਪਰਕ ਨਾ ਟੁੱਟੇ। ਸੋ ਨੈਕਸਟ ਕਾਲਰ ਨਾਲ ਜੁੜੇ ਨੇ, ਹੈਲੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਲੀਜ਼ ਟੀਵੀ ਦੀ ਆਵਾਜ਼ ਘਟਾ ਦਿਓ ਜੀ। ਪਹਿਲੇ ਤੁਹਾਡਾ 2-3 ਵਾਰੀ ਫੋਨ ਆ ਗਿਆ ਜੀ, ਟੀਵੀ ਦੀ ਆਵਾਜ਼ ਘਟਾ ਦਿਓ ਪਲੀਜ਼। ਤੁਹਾਡਾ 2-3 ਵਾਰੀ ਫੋਨ ਆ ਗਿਆ, ਮੈਂ ਤਾਂ ਕੱਲ ਫੋਨ ਕਰਿਆ ਸੀ ਜਦੋਂ ਉਹ ਬਹਿਸ ਚੱਲ ਰਹੀ ਸੀ ਜੀ। ਕੀ ਸਵਾਲ ਹੈ? ਕੋਈ ਸਵਾਲ ਨਹੀਂ, ਮੈਂ ਤਾਂ ਉਹ ਜਦੋਂ ਬਹਿਸ ਨਹੀਂ ਜੀ ਲੱਗਦਾ ਕਾਲ ਜਿਹੜਾ ਸਾਡਾ ਇਸ ਤੋਂ ਪਹਿਲਾਂ ਲਾਈਵ ਸ਼ੋਅ ਚੱਲ ਰਿਹਾ ਸੀ, ਸੋ ਉਸ ਨਾਲ ਜੁੜੀ ਕੋਈ ਕਾਲ ਹੈਗੀ ਹੈ। ਸੋ ਕੋਈ ਗੱਲ ਨਹੀਂ, ਤੁਸੀਂ ਫਿਰ ਵੀ ਕਾਲ ਕਰ ਸਕਦੇ ਹੋ। ਵਿਦੇਸ਼ ਜਾਣ ਨੂੰ ਲੈ ਕੇ ਮਨ 'ਚ ਕੋਈ ਵੀ ਸਵਾਲ ਹੈ ਤਾਂ ਸਾਡੇ ਸ਼ੋਅ ਦਾ ਤੁਸੀਂ ਹਿੱਸਾ ਬਣ ਸਕਦੇ ਹੋ। AIP ਦੀ ਗੱਲ ਅਸੀਂ ਕਰ ਲਈ, ਤੁਸੀਂ ਉਹਨਾਂ ਨੂੰ ਰਸਤਾ ਦੱਸਤਾ ਪੋਜ਼ਿਟਿਵਿਟੀ ਵਾਲੇ ਪਾਸੇ। ਸੋ ਜਦੋਂ ਸਟਾਰਟਿੰਗ 'ਚ AIP ਆਉਣੀਆਂ ਸ਼ੁਰੂ ਹੋਈਆਂ ਸੀ, ਸੋ ਬੱਚਿਆਂ ਨੂੰ ਇਹ ਕਹਿ ਦਿੱਤਾ ਗਿਆ ਸੀ ਵੀ ਤੁਸੀਂ ਇਹ ਮੰਨ ਕੇ ਚੱਲੋ ਵੀ 99% ਤੋਂ ਜ਼ਿਆਦਾ ਵੀਜ਼ਾ ਆ ਹੀ ਗਿਆ, ਲੇਕਿਨ ਉਸ ਦੇ ਬਾਵਜੂਦ ਵੀ AIP ਆਉਣ ਤੋਂ ਬਾਅਦ ਵੀ ਬੱਚੇ ਬਹੁਤ ਸਾਰੇ ਰਿਫਿਊਜ਼ ਹੋ ਗਏ। ਸੋ ਉਹਨਾਂ ਬੱਚਿਆਂ ਦਾ ਕੀ ਭਵਿੱਖ ਹੈਗਾ? ਰਿਫਿਊਜ਼ ਹੋ ਗਏ, ਫੀਸਾਂ ਭਰੀਆਂ ਹੋਈਆਂ ਨੇ, ਉਹੀ ਗੱਲ, ਕਿਉਂਕਿ ਰੁਪਈਏ ਵਾਲੀ ਗੱਲ ਤਾਂ ਦਰਸਨ ਵਾਲੀ ਗੱਲ ਹੋ ਗਈ, ਤੇ ਉਹ ਪੈਸਾ ਕਿਵੇਂ ਦੁਬਾਰਾ ਵਾਪਸ ਰਿਟਰਨ ਲਿਆ ਜਾ ਸਕਦਾ? ਕੋਈ ਰਿਫੰਡ ਪਾਲਿਸੀ ਹੈਗੀ ਹੈ, ਤੇ ਜੇ ਹੈਗੀ ਹੈ ਤਾਂ ਉਹ ਕਿਸ ਤਰੀਕੇ ਦੇ ਨਾਲ ਹੈਗੀ ਹੈ? ਠੀਕ ਹੈ, ਇਹ ਜਿਹੜਾ ਸਵਾਲ ਤੁਸੀਂ ਪੁੱਛਿਆ ਹੈ ਨਾ, ਇਹ ਬੜਾ ਇੰਪੋਰਟੈਂਟ ਕਿਉਂ ਹੈ ਇਸ ਟਾਈਮ ਤੇ? ਬਿਕੋਜ਼ ਅੱਜ ਕੱਲ ਕਈ ਵਾਰ ਹੋ ਰਿਹਾ ਕਿ ਬੱਚੇ ਦੇ, ਜਿਵੇਂ ਤੁਸੀਂ ਮੈਂਸ਼ਨ ਕੀਤਾ ਕਿ AIP ਆ ਰਹੇ ਆ, ਬੱਚੇ ਨੇ ਆਪਣੀ ਆਨਲਾਈਨ ਪੜ੍ਹਾਈ ਸ਼ੁਰੂ ਕਰ ਲਈ ਐਂਡ ਫਿਰ ਅਨਫੋਰਚੂਨੇਟਲੀ ਵੀਜ਼ਾ ਰਿਫਿਊਜ਼ਲ ਆ ਗਿਆ। ਸੋ ਉਸ ਕੇਸ ਵਿੱਚ ਬੱਚਾ ਕਿਵੇਂ ਪੈਸੇ ਕੱਟਣਗੇ, ਨਹੀਂ ਕੱਟਣਗੇ, ਸਿਰਫ ਐਡਮਿਸ਼ਨ ਫੀਸ ਕੱਟੂਗੀ ਜਾਂ ਥੋੜੇ ਜਿਹੇ ਹੋਰ ਵੱਧ ਕੱਟਣਗੇ? ਸੋ ਇਹ ਸਾਰੀ ਚੀਜ਼ਾਂ ਲਈ ਤੁਸੀਂ ਆਪਣੀ ਜਿਹੜਾ ਵੀ ਕਾਲਜ ਹੈ, ਤੁਸੀਂ ਉਸ ਕਾਲਜ ਦੀ ਰੀਫੰਡ ਪਾਲਿਸੀ ਨੂੰ ਬਹੁਤ ਪ੍ਰੀਸਾਈਜ਼ਲੀ ਪੜ੍ਹਨਾ ਹੈ। ਕਿਉਂ? ਕਿਉਂਕਿ ਤੁਹਾਨੂੰ ਇਹ ਚੀਜ਼ ਦਾ ਧਿਆਨ ਹੋਣਾ ਚਾਹੀਦਾ ਹੈ
ਕਿ ਜੇ ਤੁਸੀਂ AIP ਤੁਹਾਨੂੰ ਆ ਗਿਆ, ਤੁਸੀਂ ਆਨਲਾਈਨ ਪੜ੍ਹਾਈ ਸ਼ੁਰੂ ਕਰ ਲਈ ਐਂਡ ਫਿਰ ਤੁਹਾਡਾ ਰਿਫਿਊਜ਼ਲ ਆ ਗਿਆ ਪਰ ਤੁਸੀਂ ਕਾਲਜ ਨੂੰ ਇਨਫੋਰਮ ਨਹੀਂ ਕੀਤਾ, ਉਸ ਕੇਸ ਵਿੱਚ ਹੋ ਸਕਦਾ ਹੈ ਜੇ ਉਸ ਕਾਲਜ ਦੀ ਡੈਡਲਾਈਨ ਨਿਕਲ ਜਾਏ ਤੁਹਾਡੇ ਇਨਫੋਰਮ ਕਰਨ ਵਾਲੀ, ਉਸ ਕੇਸ ਵਿੱਚ ਉਹ ਤੁਹਾਡੀ ਇੱਕ ਸਮੈਸਟਰ ਦੀ ਫੀਸ ਡਿਡਕਟ ਕਰਕੇ ਤੁਹਾਨੂੰ ਪੈਸੇ ਵਾਪਸ ਕਰ ਰਹੇ ਹੈ। ਸੋ ਇਸ ਚੀਜ਼ ਨੂੰ ਤੁਸੀਂ ਬਹੁਤ ਧਿਆਨ ਨਾਲ ਦੇਖਣਾ, ਆਪਣੇ ਕਾਲਜ ਦੀ ਡੈਡਲਾਈਨ ਜ਼ਰੂਰ ਚੈੱਕ ਕਰਨੀ ਹੈ ਕਿ ਕਿਸ ਡੈਡਲਾਈਨ ਤੋਂ ਪਹਿਲਾਂ ਤੁਸੀਂ ਉਹਨਾਂ ਨੂੰ ਆਪਣਾ ਸਟੇਟਸ ਦੱਸਣਾ ਹੈ ਵੀਜ਼ਾ ਦਾ, ਰਿਫਿਊਜ਼ਲ ਅਪਰੂਵਲ ਜੋ ਵੀ ਸਟੇਟਸ ਹੈ ਤੁਸੀਂ ਉਹ ਦੱਸਣਾ ਹੈ। ਜੇ ਉਸ ਡੈਡਲਾਈਨ ਤੋਂ ਪਹਿਲਾਂ ਦੱਸੋਗੇ ਤੁਹਾਡੀ ਸਿਰਫ ਐਡਮਿਸ਼ਨ ਫੀਸ ਜੋ ਬੇਸਿਕ ਜੀ ਐਡਮਿਨ ਫੀਸ ਹੁੰਦੀ ਹੈ $250 ਤੋਂ $300 ਤੱਕ ਹੁੰਦੀ ਹੈ, ਸਿਰਫ ਉਹ ਕਟੂਗੀ। ਪਰ ਜੇ ਤੁਸੀਂ ਉਹ ਡੈਡਲਾਈਨ ਕ੍ਰਾਸ ਕਰਤੀ ਅਨਫੋਰਚੂਨੇਟਲੀ ਤੁਹਾਡੇ ਪੂਰੇ ਇੱਕ ਸਮੈਸਟਰ ਦੀ ਫੀਸ ਜਾਊਗੀ। ਸੋ ਇਸ ਚੀਜ਼ ਦਾ ਬਹੁਤ ਧਿਆਨ ਰੱਖਣਾ ਬੱਚਿਆਂ ਜੀ ਬਿਲਕੁਲ, ਜਿਹੜੀਆਂ ਗੱਲਾਂ ਬਰੀਕੀ ਨਾਲ ਜਾਣਨ ਵਾਲੀਆਂ ਨੇ ਸੋ ਗੱਲਾਂ ਸਾਡੇ ਦਰਸ਼ਕਾਂ ਨੂੰ ਜ਼ਰੂਰ ਪਤਾ ਹੋਣੀਆਂ ਬਹੁਤ ਜ਼ਰੂਰੀ ਹੈ ਬਿਲਕੁਲ। ਸੋ ਜਿੱਦਾਂ ਹੁਣੇ ਰਿਫਿਊਜ਼ਲ ਦੀ ਗੱਲ ਜਿਹੜੀ ਹੈ ਸ਼ੁਰੂ ਹੋਈ ਗਈ ਹੈ ਤੇ ਇੱਥੇ ਸਵਾਲ ਜਿਹੜਾ ਹੈਗਾ ਉਹੀ ਗੱਲ ਬਾਰ-ਬਾਰ ਰਿਫਿਊਜ਼ਲ ਮਤਲਬ ਜੇ ਇੱਕ ਬੰਨੇ ਆਸਟ੍ਰੇਲੀਆ ਕੈਨੇਡਾ ਨੇ ਧੜਾਧੜ ਵੀਜ਼ੇ ਦਿੱਤੇ ਤਾਂ ਰਿਫਿਊਜ਼ਲਾਂ 'ਚ ਵੀ ਉਹਨਾਂ ਨੇ ਕੋਈ ਘਾਟ ਨਹੀਂ ਛੱਡੀ। SDS ਕੈਟਾਗਰੀ ਵਾਲੇ ਲੈਵਲ 1 ਵਾਲੇ ਕਾਲਜਸ ਜਿਹੜੇ ਸੀਗੇ ਉੱਥੋਂ ਵੀ ਰਿਫਿਊਜ਼ਲਾਂ ਬੱਚਿਆਂ ਨੇ ਚੁੱਕੀਆਂ ਨੇ। ਸੋ ਕੀ ਮੇਜਰ ਰੀਜ਼ਨ ਕੀ ਮੰਨਦੇ ਹੋ ਵੀ ਬੱਚਾ ਕਿਉਂ ਰਿਫਿਊਜ਼ਲ ਦਾ ਸ਼ਿਕਾਰ ਹੋਇਆ, ਤੇ ਜਿਹੜਾ ਬੱਚਾ ਹੁਣ ਰਿਫਿਊਜ਼ਲ ਦਾ ਸ਼ਿਕਾਰ ਹੋ ਗਿਆ ਕਿਉਂਕਿ ਪਿੱਛੇ ਸੈਪਟੈਂਬਰ ਇਨਟੇਕ ਵਾਲੇ ਜਨਵਰੀ ਇਨਟੇਕ ਵਾਲੇ ਬੱਚੇ ਰਿਫਿਊਜ਼ ਹੋ ਗਏ ਨੇ, ਉਹਨਾਂ ਬੱਚਿਆਂ ਦਾ ਕੀ ਭਵਿੱਖ ਦੇਖਦੇ ਹੋ ਔਨ ਦਿਸ ਟਾਈਮ ਵੀ ਉਹ ਬੱਚੇ ਜਿਹੜੇ ਨੇ ਅਪਲਾਈ ਕਰਨ ਜਾਂ ਫਿਰ ਨਾ ਕਰਨ? ਸਵਾਲ ਦਾ ਜਵਾਬ ਲੇਕਿਨ ਦਰਸ਼ਕ ਪਹਿਲਾਂ। ਹਾਂਜੀ ਹੈਲੋ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਮੈਮ। ਹਾਂਜੀ, ਕੀ ਸਵਾਲ ਹੈ ਜੀ, ਕਿੱਥੋਂ ਬੋਲ ਰਹੇ ਹੋ? ਮੈਮ ਮੈਂ ਮੋਹਾਲੀ ਤੋਂ ਗੱਲ ਕਰਦਾ ਪਿਆ। ਨਾਮ ਕੀ ਹੈ ਜੀ? ਰਾਹੁਲ। ਠੀਕ ਹੈ ਜੀ ਰਾਹੁਲ ਜੀ, ਕੀ ਸਵਾਲ ਹੈ? ਮੈਮ ਮੈਂ ਨਾ ਫਾਰਮੇਸੀ ਹੁਣੀ ਕੰਪਲੀਟ ਕੀਤੀ ਹੈ ਆਪਣੀ। ਜੀ ਫਾਰਮੇਸੀ ਕੀਤੀ ਹੈ, ਓਕੇ। ਬੈਚਲਰ ਕੀਤੀ ਹੈ ਜੀ? ਹਾਂਜੀ ਮੈਮ, ਬੈਚਲਰਸ 4 ਈਅਰ ਡਿਗਰੀ। ਠੀਕ ਹੈ ਜੀ, ਤੇ ਰੀਸੈਂਟਲੀ ਹੁਣੇ ਪਾਸ ਆਊਟ ਹੋ? ਹਾਂਜੀ ਮੈਮ, लेटेस्ट। ओके, आइल्स कर चुके हो? आइल्स मैम मेरे 6.5 में, लेकिन मेरी रीडिंग के 5.5 में है। 5.5 ने। सो सवाल की है, टेंशन किस गल दी है? मैम मेरा ना आफ्टर +2 रिफ्यूजल हो गया थी क्योंकि मैं +2 जी एक बार फेल हो गया थी। ओके। फिर मैं क्लास फाइल आती सीगी ते फिर रिफ्यूजल आ गई ते फिर मैम ਹੁਣ ਮੈਂ ਸੋਚਦੀ ਕਿ ਇੱਕ ਵਾਰੀ ਦੁਬਾਰਾ ਚਾਂਸ ਲਿਆ ਜਾਵੇ ਜੀ। ਜਿਹੜਾ ਤੁਸੀਂ ਆਪਣੀ ਬੀ ਫਾਰਮੇਸੀ ਕੀਤੀ ਹੈ ਸੋ ਇਹਦੇ ਤੁਹਾਡਾ ਪਰਸੈਂਟੇਜ ਦਾ ਕੀ ਸਕੇਲ ਹੈਗਾ, ਕਿੰਨੇ % ਤੇ ਪਹੁੰਚੇ ਹੋ? 67% ਹੈ ਮੈਮ। 67% ਨੇ। ਸੋ ਮੈਮ ਕੀ ਕਹੋਗੇ, ਬੱਚਾ ਇੱਕ ਵਾਰੀ ਫੇਲ ਹੋਇਆ ਸੀ ਅੱਜ ਤੋਂ ਕਰੀਬ 4 ਸਾਲ ਪਹਿਲਾਂ। ਠੀਕ ਹੈ, 4 ਦਾ ਵੀ ਕੀ ਮੰਨੀਏ 5 ਸਾਲ ਪਹਿਲਾਂ, ਕਿਉਂਕਿ ਦੁਬਾਰਾ 4 ਸਾਲ ਦੀ। ਬਿਲਕੁਲ ਬਿਲਕੁਲ। ਸੋ 5.5 ਬੈਂਡ ਨੇ ਇੱਕ ਮੋਡਿਊਲ ਚ, ਓਵਰਆਲ 6.5 ਬੈਂਡ ਨੇ। ਅਪਲਾਈ ਕਰੇ, ਰਿਸਕ ਲਵੇ ਕਿ ਨਾ ਲਵੇ? ਸੀ ਜੇ ਮੈਂ ਇਸ ਗੱਲ ਦੀ ਇਸ ਟਾਈਮ ਤੇ ਗੱਲ ਕਰਾਂ ਤੁਹਾਡੀ ਪ੍ਰੋਫਾਈਲ ਦੀ, ਤੁਹਾਡੀ ਆਈ ਵੁੱਡ ਨਾਟ ਸੇ ਕਿ ਬਹੁਤ ਵਧੀਆ ਪ੍ਰੋਫਾਈਲ ਹੈ, ਬਟ ਇਹ ਹੈ ਕਿ ਤੁਹਾਡੀ ਮਾੜੀ ਵੀ ਨਹੀਂ ਹੈ ਪ੍ਰੋਫਾਈਲ। ਤਾਂ ਸਾਨੂੰ ਇਹ ਚੀਜ਼ ਦੇਖਣੀ ਹੈ ਕਿ ਤੁਹਾਡੇ ਪ੍ਰੋਫਾਈਲ ਤੇ ਨਾ ਸਾਨੂੰ ਸਟੇਟਮੈਂਟ ਆਫ ਪਰਪਸ ਤੇ ਕੰਮ ਕਰਨ ਦੀ ਬਹੁਤ ਲੋੜ ਹੈ ਐਂਡ ਸਾਨੂੰ ਨਾ ਉਹੀ ਕਾਲਜ ਪਿਕ ਕਰਨਾ ਚਾਹੀਦਾ ਹੈ ਜੋ ਸਾਨੂੰ ਇੱਕ ਮੋਡਿਊਲ 5.5 ਚ ਆਫਰ ਲੈਟਰਸ ਦਿੰਦਾ ਹੈ ਐਂਡ देयर आर गुड नंबर ऑफ कॉलेजेस SDS ਕੈਟਾਗਰੀ ਦੇ ਵਿੱਚ ਜੋ ਤੁਹਾਨੂੰ 5.5 ਇੱਕ ਮੋਡਿਊਲ ਵਿੱਚ ਆਫਰ ਲੈਟਰਸ ਦਿੰਦੇ ਹੈ ਐਂਡ ਦੈਨ ਕਮਸ ਕਿ ਅਸੀਂ ਤੁਹਾਡਾ ਕੋਰਸ ਕਿਹੜਾ ਲੈਣਾ ਹੈ। ਸੋ ਤੁਹਾਡਾ ਫਾਰਮੇਸੀ ਤੋਂ ਐਟਲੀਸਟ ਅਪਗ੍ਰੇਡੇਸ਼ਨ ਹੋਣੀ ਚਾਹੀਦੀ ਹੈ। ਇਟ ਕੈਨ ਬੀ ਫਾਰਮਾਕੋਲੋਜੀ, ਇਟ ਕੈਨ ਬੀ ਅ ਫਾਰਮੇਸੀ ਟੈਕਨੀਸ਼ੀਅਨ, ਕਈ ਕੋਰਸਿਸ ਹੁੰਦੇ, ਪ੍ਰੋਜੈਕਟ ਮੈਨੇਜਮੈਂਟ ਵੀ ਇੱਕ ਕੋਰਸ ਹੈ। ਸੋ ਇਹੋ ਜਿਹੇ ਕੋਰਸ ਅਸੀਂ ਤੁਹਾਨੂੰ ਦੇ ਸਕਦੇ ਹਾਂ, ਬਟ ਅਗੇਨ ਸਟੇਟਮੈਂਟ ਆਫ ਪਰਪਸ ਸਾਨੂੰ ਬਹੁਤ ਸਟਰੋਂਗਲੀ ਇਹ ਚੀਜ਼ ਦੱਸਣੀ ਪੈਣੀ ਹੈ ਕਿ ਜਦ ਤੁਸੀਂ ਫੇਲ ਹੋਏ ਸੀ ਤੇ ਤੁਸੀਂ ਅੱਗੇ 12th ਰਿਪੀਟ ਕੀਤੀ ਐਂਡ ਚੰਗੇ ਨੰਬਰਾਂ ਨਾਲ ਤੁਸੀਂ ਪਾਸ ਹੋਏ ਐਂਡ ਅਕੋਰਡਿੰਗਲੀ ਤੁਸੀਂ ਅੱਗੇ ਮਤਲਬ ਬੇਸਿਕਲੀ ਤੁਸੀਂ ਮਿਹਨਤ ਕੀਤੀ। ਆਈ ਨਹੀਂ ਹੈ ਕਿ ਤੁਸੀਂ ਫੇਲ ਹੋ ਤੇ ਤੁਸੀਂ ਆਪਣੀ ਪੜ੍ਹਾਈ ਛੱਡਤੀ। ਸੋ ਤੁਸੀਂ ਅੱਗੇ ਪੜ੍ਹਨਾ ਚਾਹੁੰਦੇ ਸੀ ਤੇ ਤੁਸੀਂ ਵਧੀਆ ਨੰਬਰ ਲੈ ਕੇ ਆਪਣੀ ਗ੍ਰੈਜੂਏਸ਼ਨ ਵੀ ਕੀਤੀ ਐਂਡ ਇਸ ਕਰਕੇ ਤੁਸੀਂ ਆਪਣੀ ਪੜ੍ਹਾਈ ਨੂੰ ਇੱਕ ਇੰਟਰਨੈਸ਼ਨਲ ਪਲੇਟਫਾਰਮ ਦੇਣਾ ਚਾਹੁੰਦੇ ਹੋ। ਸੋ ਇਹ ਸਭ ਚੀਜ਼ਾਂ ਨਾਲ ਮਤਲਬ ਰਸਤਾ ਖੁੱਲਿਆ ਹੋਇਆ ਹੈ। ਜਿਵੇਂ ਰਿਫਿਊਜ਼ਲ ਦਾ ਅਸੀਂ ਸਵਾਲ ਕੀਤਾ ਸੋ ਕਿੱਦਾਂ ਨਾ ਮੇਲ ਜਾ ਹੋ ਗਿਆ, ਦਰਸ਼ਕ ਨੇ ਵੀ ਉਦਾਂ ਦੀ ਕਾਲ ਕਰ ਦਿੱਤੀ। ਸੋ ਕਾਰਨ ਰਿਫਿਊਜ਼ਲ ਦੇ ਕੀ ਰਹੇ ਨੇ ਪਿੱਛੇ ਜੇ, ਜਿੱਦਾਂ ਮੈਂ ਸਵਾਲ ਕੀਤਾ ਸੀ SDS ਕੈਟਾਗਰੀ ਦੇ ਵਿੱਚ, ਸੋ ਕੀ ਕਾਰਨ, ਮੇਨ ਕਾਰਨ ਕੀ ਮੰਨਦੇ ਹੋ? ਸੀ ਬਹੁਤ ਕਾਮਨ ਜੇ ਰੀਜ਼ਨ ਜੇ ਆਪਾਂ ਦੇਖੀਏ ਨਾ, ਜਿਹੜੇ ਇਹਨਾਂ ਦੀ ਲੈਟਰ ਆਂਦੀ ਹੈ, ਕੋਰਸਪੋਂਡੈਂਸ ਲੈਟਰ ਆਂਦੀ ਹੈ, ਉਹਦੇ ਤੇ ਉਹਨਾਂ ਨੇ ਸਿੰਪਲ ਲਿਖਿਆ ਹੁੰਦਾ ਹੈ ਕਿ ਵੀ ਬੇਸਿਕਲੀ ਵੀ ਆਰ ਨਾਟ ਕਨਵਿੰਸਡ ਦੈਟ ਯੂ ਵਿਲ ਕਮ ਬੈਕ ਟੂ ਯੋਰ ਹੋਮ ਕੰਟਰੀ। ਸੋ ਇਸ ਚੀਜ਼ 'ਤੇ ਅਸੀਂ ਸਭ ਤੋਂ ਇੰਪੋਰਟੈਂਟ ਅਗੇਨ SOP ਦੀ ਗੱਲ ਆ ਜਾਂਦੀ ਹੈ। ਉਹਦੇ ਵਿੱਚ ਅਸੀਂ ਨਾ ਇਹ ਚੀਜ਼ ਬਹੁਤ ਪ੍ਰੀਸਾਈਜ਼ਲੀ ਮੈਂਸ਼ਨ ਕਰਨੀ ਹੁੰਦੀ ਹੈ ਕਿ ਜਿਹੜਾ ਵੀ ਕੋਰਸ ਤੁਸੀਂ ਕੈਨੇਡਾ ਜਾ ਕੇ ਕਰ ਰਹੇ ਹੋ ਉਸ ਕੋਰਸ ਦਾ ਤੁਹਾਡੀ ਹੋਮ ਕੰਟਰੀ 'ਚ
ਕੀ ਸਕੋਪ ਹੈ। ਆਏ ਤੁਸੀਂ ਕੋਈ ਇਹੋ ਜਿਹਾ ਕੋਰਸ ਚੱਕ ਲਓ ਤੁਹਾਡੀ ਹੋਮ ਕੰਟਰੀ 'ਚ ਉਹਦਾ ਕੁਝ ਹੋਏ ਨਾ ਭਵਿੱਖ ਅੱਗੇ, ਸੋ ਉਸ ਕੇਸ ਵਿੱਚ ਆਬਵੀਅਸਲੀ ਐਮਬੈਸੀ ਤੁਹਾਨੂੰ ਕਿਵੇਂ ਵੀਜ਼ਾ ਦੇ ਦਊਗੀ। ਸੋ ਇਹ ਚੀਜ਼ਾਂ ਆਪਾਂ ਦੇਖਣੀਆਂ ਰਹਿੰਦੀਆਂ। ਬਿਲਕੁਲ। ਸੋ ਮੈਂ ਇੱਕ ਗੱਲ ਇੱਥੇ ਪੁੱਛਣਾ ਚਾਹਾਂਗੀ ਵੀ ਦਰਸ਼ਕ ਨੇ ਬੜਾ ਭਰੋਸਾ ਕਰਕੇ ਸਾਨੂੰ ਕਾਲ ਕੀਤਾ ਹੈ, ਜਿਨ੍ਹਾਂ ਦਾ ਵੀ ਹੁਣੇ ਰਾਹੁਲ ਜੀ ਦਾ ਕਾਲ ਆਇਆ ਸੀ। ਸੋ ਜੇ ਤੁਹਾਡੇ ਕੋਲ ਆਉਂਦੇ ਨੇ ਕੋਸ਼ਿਸ਼ ਕਰੋਗੇ ਉਹਨਾਂ ਨੂੰ ਵੀਜ਼ਾ ਦਿਵਾਓਗੇ? ਬਿਲਕੁਲ ਜੀ, ਬਿਲਕੁਲ, ਕਿਉਂ ਨਹੀਂ ਦਵਾਵਾਂਗੇ, ਬਿਲਕੁਲ ਸੋ ਮਿਲੂਗਾ। ਰਾਹੁਲ ਜੀ ਉਮੀਦ ਹੈ ਤੁਹਾਨੂੰ ਤੁਹਾਡੇ ਸਵਾਲ ਦਾ ਜਿਹੜਾ ਜਵਾਬ ਜ਼ਰੂਰ ਮਿਲਿਆ ਹੋਊਗਾ, ਲੇਕਿਨ ਹੁਣ ਇੱਕ ਸਵਾਲ ਇੱਥੇ ਇੱਕ ਹੋਰ ਮੈਂ ਐਡ ਆਨ ਕਰਨਾ ਚਾਹੂੰਗੀ। ਜਿਹੜੇ ਬੱਚੇ ਰਿਫਿਊਜ਼ ਹੋ ਚੁੱਕੇ ਨੇ ਹਾਲ ਹੀ ਦੇ ਵਿੱਚ, ਚਾਹੇ ਉਹ ਜੈਨ ਇਨਟੇਕ ਵਾਲੇ ਸੀ, ਚਾਹੇ ਪਿੱਛੇ ਸੈਪਟੈਂਬਰ ਇਨਟੇਕ ਵਾਲੇ ਸੀਗੇ, ਉਹ ਬੱਚਿਆਂ ਦਾ ਕੀ ਭਵਿੱਖ ਹੈਗਾ ਹੁਣ ਇਹ ਟਾਈਮ ਜੋ ਚੱਲ ਰਿਹਾ ਅਪਲਾਈ ਕਰ ਦੇਣ ਜਾਂ ਫਿਰ ਥੋੜਾ ਜਿਹਾ ਵੇਟ ਕਰ ਲੈਣ? ਉਹ ਵੀ ਨਹੀਂ, ਦੇਖੋ ਇਹੋ ਜੀ ਕੋਈ ਗੱਲ ਨਹੀਂ। ਜੇ ਆਪਾਂ ਗੱਲ ਕਰੀ ਚਲੋ ਰਿਫਿਊਜ਼ਲ ਆ ਗਈ ਹੈ ਬੱਚੇ ਦੀ, ਕਈ ਬੱਚਿਆਂ ਨੂੰ ਹੁੰਦਾ ਕਿ ਚਲੋ ਅਸੀਂ ਇੱਕ ਵਾਰ ਰਿਫੰਡ ਦੀ ਵੇਟ ਕਰ ਲਈਏ, ਆਪਾਂ ਕਿਸੇ ਹੋਰ ਕਾਲਜ ਚ ਲਾ ਲਈਏ, ਚਲੋ ਫਾਈਨੈਂਸ਼ੀਅਲ ਕੰਸਟ੍ਰੇਂਟ ਹਰ ਇੱਕ ਦਾ ਹੁੰਦਾ ਹੈ। ਸੋ ਜੇ ਉਹ ਚੀਜ਼ ਨਹੀਂ ਹੈ ਤੁਸੀਂ ਉਸੇ ਕਾਲਜ ਚ ਫੇਰ ਤੋਂ ਲਾਣਾ ਹੈ। हम हमेशा कहने हैं कि एक इनटेक ਆਪਾਂ ਵੇਟ ਕਰ ਲਈਏ, ਨੈਕਸਟ ਇਨਟੇਕ ਚ ਆਪਾਂ ਲਾਈਏ। ਜੇ ਤੁਹਾਡੀ ਜੈਨ ਇਨਟੇਕ ਦੀ ਰਿਫਿਊਜ਼ਲ ਆਈ ਹੈ ਆਪਾਂ ਮਈ ਜਾਂ ਸੈਪਟੈਂਬਰ ਚ ਲਾਈਏ, ਜੇ ਮਈ ਦੀ ਆਈ ਹੈ ਫਿਰ ਆਪਾਂ ਸੈਪਟੈਂਬਰ ਜਾਂ ਜਨਵਰੀ ਦਾ ਸੋਚੀਏ। ਮਤਲਬ ਥੋੜਾ ਜਿਹਾ ਠਰਮਾ ਰੱਖਣ ਦੀ ਲੋੜ ਹੈਗੀ ਹੈ। ਅਸੀਂ ਬਹੁਤ ਈਗਰਨੈਸ ਨਹੀਂ ਦਿਖਾਣੀ ਜੀ, ਯੈਸ, ਅਸੀਂ ਈਗਰਨੈਸ ਨਹੀਂ ਦਿਖਾਣੀ। ਬਿਲਕੁਲ। ਸੋ ਲਾਈਵ ਹੈਗੇ ਆ ਦਰਸ਼ਕ ਕਤਾਰ ਚ ਲੱਗੇ ਹੋਏ ਨੇ, ਇੱਕ ਹੋਰ ਦਰਸ਼ਕ ਨੇ, ਉਹਨਾਂ ਦਾ ਸਵਾਲ ਉਹਨਾਂ ਤੋਂ ਪੁੱਛ ਲੈਣੇ ਆ। ਹੈਲੋ ਜੀ, ਸਤਿ ਸ਼੍ਰੀ ਅਕਾਲ। ਕੀ ਨਾਮ ਹੈ ਜੀ, ਕਿੱਥੋਂ ਬੋਲ ਰਹੇ ਹੋ ਜੀ? जी थोड़ा जो उच्ची बोलो, थोड़ी आवाज घट आ रही है। मैम मेरी बेटी का नाम शिवानी है। जी, स्पोर्ट को लाया ਸੀ ਉਹਦੇ 3 ਰਿਫਿਊਜ਼ਲ ਆ ਗਈਆਂ। शिवानी जी आवाज साफ नहीं आ रही, थोड़ा ਜਿਹਾ नेटवर्क ਦੇ ਵਿੱਚ ਹੋਵੋਗੇ? मैम जी मैम ਤੁਹਾਡੇ ਬੱਚੇ ਦੀਆਂ 3 ਰਿਫਿਊਜ਼ਲ ਆ ਗਈਆਂ। ਕੁਆਲੀਫਿਕੇਸ਼ਨ ਕੀ ਹੈ ਬੱਚੇ ਦੀ? ਬੱਚੇ ਦੀ ਮੈਮ 86 ਦਾ ਕਲਾਸ 2 ਆ, ਉਹਦੀ 10th ਵਿੱਚ ਤੋਂ 57 ਆ। ਪਲੱਸ 2 ਕਿਹੜੇ ਸੈਸ਼ਨ ਚ ਕੀਤੀ ਹੈ ਬੱਚੇ ਨੇ? ਹਾਂਜੀ, ਤੁਹਾਡੇ ਬੱਚੇ ਨੇ ਪਲੱਸ 2 ਕੀਤੀ ਹੈ ਜਾਂ ਗ੍ਰੈਜੂਏਸ਼ਨ ਕੀਤੀ ਹੈ? ਮੈਮ ਪਲੱਸ 2 ਕੀਤੀ। ਕਦੋਂ ਕੀਤੀ ਹੈ, ਕਿਹੜੇ ਸਾਲ ਚ ਕੰਪਲੀਟ ਕੀਤੀ ਹੈ? 2016 2016। ਆਇਲਸ ਚ ਕੀ ਬੈਂਡ ਸਕੋਰ ਆਇਆ ਉਹਨਾਂ ਦਾ? ਮੈਮ 6.5 6.5 ਨੇ। ਹਾਂਜੀ ਜੀ, ਸੋ 3 ਵਾਰੀ ਰਿਫਿਊਜ਼ ਹੋ ਚੁੱਕੇ ਨੇ ਉਹ ਕੈਨੇਡਾ ਤੋਂ। ਹਾਂਜੀ, ਕਾਰਨ ਕੀ ਦੱਸਿਆ ਗਿਆ ਰਿਫਿਊਜ਼ਲ ਦਾ? ਕਾਰਨ ਦੱਸਿਆ ਮੈਮ ਕੋ ਕਹਿੰਦੇ ਤੁਸੀਂ ਵਾਪਸ ਨਹੀਂ ਆਣਾ। ਉਹੀ ਗੱਲ ਜਿਹੜੀ ਮੈਮ ਨੇ ਜਸਟ ਹੁਣੇ ਕਹੀ ਸੀ। ਸੋ ਤੁਹਾਨੂੰ ਜਵਾਬ ਜਿਹੜਾ ਮੈਮ ਜ਼ਰੂਰ ਦੇਣਗੇ, ਉਹੀ ਗੱਲ ਜਿਹੜੀ ਤੁਸੀਂ ਕਹਿ ਕੇ ਹਟਿਓ ਵੀ ਤੁਸੀਂ ਵਾਪਸ ਨਹੀਂ ਜਾਣਾ। ਦੁਬਾਰਾ ਰਿਪੀਟ ਗੱਲ ਕਰ ਦਿਓ ਵੀ ਕੀ ਕਾਰਨ ਰਹਿੰਦੇ ਨੇ, ਕਿਉਂ ਇਦਾਂ ਹੁੰਦਾ, ਤੇ ਜੇ ਇਹ ਦਰਸ਼ਕ ਸਾਨੂੰ ਦੇਖ ਰਹੇ ਨੇ ਤੁਹਾਡੇ ਕੋਲ ਉਮੀਦ ਨਾਲ ਆਉਣ ਤਾਂ ਕੋਈ ਹੈਲਪ ਹੋ ਜੂਗੀ ਇਹਨਾਂ ਦੀ, ਕਿਉਂਕਿ 3 ਰਿਫਿਊਜ਼ਲਾਂ ਲੈ ਕੇ ਬੈਠੇ ਨੇ। 3 ਰਿਫਿਊਜ਼। ਸਾਨੂੰ ਸਭ ਤੋਂ ਪਹਿਲਾਂ ਤਾਂ ਇਹ ਦੇਖਣਾ ਹੈ ਕਿ ਇਸ ਤਿੰਨੋਂ ਰਿਫਿਊਜ਼ਲ ਦੇ ਕੇਸ ਵਿੱਚ ਸਾਡਾ ਕਾਲਜ ਕਿਹੜਾ ਸੀ, ਸਾਨੂੰ ਕੋਰਸ ਕਿਹੜਾ ਦਿੱਤਾ ਗਿਆ, ਐਂਡ ਸਾਡੀ ਜਿਹੜੀ ਡਾਕੂਮੈਂਟੇਸ਼ਨ ਹੋਈ ਹੈ ਉਹ ਕਿਵੇਂ ਹੋਈ ਹੈ, ਉਹ ਸਾਨੂੰ ਕਿਵੇਂ ਪਤਾ ਲੱਗੂਗੀ। ਜੇ ਤੁਹਾਡਾ ਪਿਛਲਾ ਏਜੰਟ ਤੁਹਾਨੂੰ ਇਹ ਸਾਰੇ ਡਾਕੂਮੈਂਟ ਦਿੰਦਾ ਹੈ ਵਧੀਆ ਗੱਲ ਹੈ, ਨਹੀਂ ਤਾਂ ਆਪਾਂ ਸਿੰਪਲ ਜੇ ਕੇਪਸ ਨੋਟ ਕਢਾ ਲਾਂਗੇ ਇਹਨਾਂ ਦੇ, ਤਿੰਨੋਂ ਸਾਡੀ ਫਾਈਲਸ ਵੀ ਨਿਕਲ ਆਣਗੀਆਂ, ਸਾਰਾ ਰਿਫਿਊਜ਼ਲ ਦਾ ਰੀਜ਼ਨ ਦੀ ਪੂਰੀ ਕਲੈਰੀਫਿਕੇਸ਼ਨ ਨਿਕਲ ਆਊਗੀ। ਉਸ ਹਿਸਾਬ ਨਾਲ ਮੈਂ ਹੁਣ ਜੇ ਆਪਾਂ 4th ਟਾਈਮ ਲਾਉਣਾ ਹੈ ਕੈਨੇਡਾ ਦੇ ਵਿੱਚ, ਜੇ ਆਪਾਂ ਲਾਉਣਾ ਹੈ ਤੇ ਆਪਾਂ ਹਮੇਸ਼ਾ ਯੂਨੀਵਰਸਿਟੀ ਕੈਟੇਗਰੀ ਨੂੰ ਟਾਰਗੇਟ ਕਰਾਂਗੇ, ਆਪਾਂ ਕਾਲਜ ਕੈਟੇਗਰੀ ਨੂੰ ਟਾਰਗੇਟ ਨਹੀਂ ਕਰਾਂਗੇ। ਪਹਿਲੀ ਗੱਲ। ਜੇ ਆਪਾਂ ਕੰਟਰੀ ਚੇਂਜ ਕਰਨ ਬਾਰੇ ਵੀ ਸੋਚ ਸਕਦੇ ਆ, ਆਪਾਂ ਆਸਟ੍ਰੇਲੀਆ ਬਾਰੇ ਸੋਚ ਸਕਦੇ ਆ, ਬਿਕਾਜ਼ ਆਸਟ੍ਰੇਲੀਆ ਥੋੜਾ ਜਿਹਾ ਜ਼ਿਆਦਾ ਐਕਸੈਪਟੇਬਲ ਹੈ ਟੁਵਰਡਸ ਸਟੂਡੈਂਟਸ। ਠੀਕ ਹੈ, ਫਾਈਨੈਂਸ਼ੀਅਲੀ ਆਫ ਕੋਰਸ ਸਾਡਾ ਕੈਨੇਡਾ ਬੈਟਰ ਰਹਿੰਦਾ ਹੈ, ਬਟ ਜੇ ਆਪਾਂ ਸਾਰੇ ਪੱਖੋਂ ਦੇਖੀਏ ਕਿ ਬੱਚੇ ਨੂੰ ਇੱਕ ਚੰਗਾ ਫਿਊਚਰ ਚਾਹੀਦਾ ਅੱਗੇ, ਕੈਨੇਡਾ 'ਚ ਆਪਾਂ ਸਿਰਫ ਯੂਨੀਵਰਸਿਟੀ ਕੈਟੇਗਰੀ 'ਚ ਅਪਲਾਈ ਕਰ ਸਕਦੇ ਹਾਂ, ਅਦਰਵਾਈਜ਼ ਕੰਟਰੀ ਚੇਂਜ ਸਾਡੇ ਕੋਲ ਆਸਟ੍ਰੇਲੀਆ ਆਪਸ਼ਨ ਹੈ। ਮਤਲਬ ਕਿੰਨੀ ਹੈਰਾਨੀ ਵਾਲੀ ਗੱਲ ਹੈ ਕਿ ਇੱਕ ਵਾਰੀ ਰਿਫਿਊਜ਼ ਹੋ ਗਏ, 2 ਵਾਰੀ ਰਿਫਿਊਜ਼ ਹੋ ਗਏ, 3 ਵਾਰ ਰਿਫਿਊਜ਼ ਹੋ ਰਹੇ ਹੋ। ਐਂਡ ਕੇਸ ਵੀ ਚੰਗਾ, ਕੋਈ ਇਹੋ ਜੀ ਗੱਲ ਨਹੀਂ। ਪ੍ਰੋਫਾਈਲ ਬਹੁਤ ਅੱਛੀ, 86% ਨੇ ਪਲੱਸ 2 ਦੇ ਵਿੱਚ, ਉੱਤੋਂ ਬੱਚੇ ਦਾ ਗੈਪ ਕਿੰਨਾ ਬਣ ਗਿਆ? 6.5 ਬੈਂਡ ਸਕੋਰ ਹੈ। ਬਿਲਕੁਲ। ਤੇ 2016 ਦੀ ਪਲੱਸ 2 ਕੀਤੀ ਹੈ। ਸੋ ਬਿਲਕੁਲ ਵੀ ਟੈਨਸ਼ਨ ਨਾ ਲਓ, ਆਪਸ਼ਨ ਹਲੇ ਵੀ ਅਵੇਲੇਬਲ ਹੈਗਾ। ਸੋ ਕੈਨੇਡਾ ਤੇ ਹੈਗਾ ਹੀ ਹੈ, ਕੈਨੇਡਾ ਦੇ ਨਾਲ ਨਾਲ ਆਸਟ੍ਰੇਲੀਆ ਵੀ ਹੈਗਾ। ਸੋ ਤੁਹਾਨੂੰ ਉਹਦੇ ਵਾਸਤੇ ਸਿਰਫ ਆਪਣੀ ਜਿਹੜੀ ਪ੍ਰੋਫਾਈਲ ਆ ਉਹਦੀ ਅਸੈਸਮੈਂਟ ਜ਼ਰੂਰ ਕਰਵਾਉਣੀ ਪਊਗੀ, ਹੈ ਨਾ। ਸੋ ਆਪਣੇ ਡਾਕੂਮੈਂਟਸ ਲੈ ਕੇ ਤੁਸੀਂ ਚੋਪੜਾ ਕੰਸਲਟੈਂਸੀ ਕੋਲ ਪਹੁੰਚ ਸਕਦੇ ਹੋ ਤੇ ਬਣਦੀ ਜਿਹੜੀ ਸਹੀ ਜਾਣਕਾਰੀ ਹੈ ਤੁਹਾਨੂੰ ਜ਼ਰੂਰ ਦਿੱਤੀ ਜਾਊਗੀ। ਸੋ ਕਤਾਰ ਚੋਂ ਇੱਕ ਹੋਰ ਦਰਸ਼ਕ ਐਡ ਹੋਏ ਨੇ, ਉਹਨਾਂ ਦੇ ਨਾਲ ਵੀ ਸਵਾਲਾਂ ਦੇ ਜ਼ਰੀਏ ਗੱਲਬਾਤ ਕਰ ਲੈਂਦੇ ਆ। ਹੈਲੋ ਸੰਪਰਕ ਜਿਹੜਾ ਟੁੱਟ ਗਿਆ। ਸੋ ਚਲੋ ਕੋਈ ਗੱਲ ਨਹੀਂ, ਤੁਸੀਂ ਦੁਬਾਰਾ ਸਾਨੂੰ ਕਾਲ ਲਾ ਸਕਦੇ ਹੋ। ਸੋ ਕੋਈ ਵੀ ਮਨ 'ਚ ਸਵਾਲ ਹੈਗਾ ਕੈਨੇਡਾ ਆਸਟ੍ਰੇਲੀਆ ਜਾਣ ਨੂੰ ਲੈ ਕੇ, ਤੁਸੀਂ ਸਾਡੇ ਨਾਲ ਸਾਂਝਾ ਕਰ ਸਕਦੇ ਹੋ, ਪ੍ਰੋਗਰਾਮ ਤੋਂ ਬਾਅਦ ਵੀ ਕਾਲ ਲਾ ਸਕਦੇ ਹੋ, ਹੈ ਨਾ। ਸੋ ਇੱਕ ਸਵਾਲ ਹੋਰ, ਆਇਲਸ GT ਵਾਲੀ ਜਿਹੜੀ ਆਇਲਸ ਹੈ ਵੀ ਉਹ ਵੀ ਹੁਣ ਅਸੈਪਟ ਹੋਣ ਲੱਗ ਗਈ ਹੈ। ਸੋ ਮੰਨ ਲਿਆ ਚਲੋ ਅਸੈਪਟ ਹੋ ਰਹੀ ਹੈ, ਲੇਕਿਨ ਇਹ ਕਿਤੇ ਨਹੀਂ ਪਤਾ ਲੱਗ ਰਿਹਾ ਵੀ ਕਾਲਜ ਲਈ ਅਸੈਪਟ ਹੋ ਰਹੀ ਹੈ, ਯੂਨੀਵਰਸਿਟੀ ਲਈ ਅਸੈਪਟ ਹੋ ਰਹੀ ਹੈ, ਕਿੱਥੇ ਹੋ ਰਹੀ ਹੈ। ਸੋ ਕੀ ਲੱਗਦਾ ਵੀ ਕਿੱਥੇ ਹੋ ਰਹੀ ਹੈ?
ਸੀ ਜਿਹੜਾ ਜਨਰਲ ਟ੍ਰੇਨਿੰਗ ਆਇਲਸ ਦਾ ਮੋਡਿਊਲ ਹੈ ਸੋ ਬੇਸਿਕਲੀ ਪਹਿਲਾਂ ਤਾਂ ਸ਼ੁਰੂ ਤੋਂ ਹਮੇਸ਼ਾ ਸਿਰਫ ਪੀਆਰ ਲਈ ਐਕਸੈਪਟੇਬਲ ਹੁੰਦਾ ਸੀ ਪਰ ਹੁਣ ਆ ਜਿਹੜਾ ਪੂਰਾ ਪੈਂਡੇਮਿਕ ਪੂਰੇ ਵਰਲਡ ਨੂੰ ਲੈ ਕੇ ਡੁੱਬਿਆ ਹੈ ਸੋ ਇਸ ਕਰਕੇ ਤਾਂ ਕਿ ਬੱਚੇ ਬਾਰ-ਬਾਰ ਪੇਪਰ ਨਾ ਦੇਣ ਜਾਣ ਸੋ ਇਹ ਸਭ ਚੀਜ਼ਾਂ ਨੂੰ ਧਿਆਨ ਰੱਖ ਕੇ ਇਹਨਾਂ ਨੇ ਕੀਤਾ ਸੀ ਕਿ ਜਿਹੜਾ ਜਨਰਲ ਟ੍ਰੇਨਿੰਗ ਜੀਟੀ ਐਗਜ਼ਾਮ ਹੈ ਨਾ ਆਇਲਸ ਦਾ ਉਹ ਸਟੂਡੈਂਟ ਵੀਜ਼ਾ ਲਈ ਵੀ ਐਕਸੈਪਟੇਬਲ ਹੋਏਗਾ ਪਰ ਯੂਨੀਵਰਸਿਟੀ ਕੈਟੇਗਰੀ ਲਈ ਨਹੀਂ ਸਿਰਫ ਕਾਲਜ ਕੈਟੇਗਰੀ ਲਈ ਐਕਸੈਪਟੇਬਲ ਹੈ ਯੂਨੀਵਰਸਿਟੀ ਕੈਟੇਗਰੀ ਲਈ ਸਾਨੂੰ ਅਕੈਡਮਿਕ ਆਇਲਸ ਹੀ ਦੇਣਾ ਪਏਗਾ ਐਂਡ ਜੇ ਆਪਾਂ ਦੂਜੀ ਗੱਲ ਕਰੀਏ ਅਕੈਡਮਿਕ ਆਇਲਸ ਜੀਟੀ ਵੱਲ ਯੂਜ਼ ਨਹੀਂ ਹੋ ਸਕਦਾ ਓਕੇ ਜੀ ਸੋ ਬਿਲਕੁਲ ਜੇ ਕਿਸੇ ਦੇ ਮਨ 'ਚ ਇਹ ਵੀ ਸਵਾਲ ਸੀ ਤੇ ਇਸ ਦਾ ਵੀ ਜਵਾਬ ਜਿਹੜਾ ਜ਼ਰੂਰ ਮਿਲ ਗਿਆ ਹੋਊਗਾ ਤੇ ਦਰਸ਼ਕ ਨਾਲ ਹੋਰ ਜੁੜੇ ਨੇ ਹੈਲੋ ਹਾਂਜੀ ਮੈਮ ਗੁੱਡ ਮਾਰਨਿੰਗ ਮੈਮ ਜੀ ਸਤਿ ਸ਼੍ਰੀ ਅਕਾਲ ਜੀ ਕੀ ਸਵਾਲ ਹੈ ਜੀ ਜੀ ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਕੀ ਸਵਾਲ ਹੈ ਜੀ ਮੈਮ ਮੇਰਾ ਸਵਾਲ ਸੀਗਾ ਮੈਂ ਆਪਣਾ ਨਿਊਜ਼ੀਲੈਂਡ ਤੋਂ ਰਿਫਿਊਜ਼ ਹਾਂ ਨਾਮ ਕੀ ਹੈ ਕਿੱਥੋਂ ਬੋਲ ਰਹੇ ਹੋ ਜੀ ਸਰ ਥੋੜਾ ਜਿਹਾ ਨੈਟਵਰਕ ਦੇ ਵਿੱਚ ਹੋ ਕੇ ਥੋੜੀ ਜਿਹੀ ਗੱਲਬਾਤ ਕਰੋ ਕਿੱਥੋਂ ਬੋਲ ਰਹੇ ਹੋ ਕੀ ਸਵਾਲ ਹੈ ਜੇਕਰ ਤੁਹਾਡੇ ਕੋਲ ਟੀਵੀ ਚੱਲ ਰਿਹਾ ਤਾਂ ਉਹਦੀ ਆਵਾਜ਼ ਪਲੀਜ਼ ਘਟਾ ਦਿਓ ਜੀ कॉल डिसकनैक्ट हो चुके हैं क्योंकि संपर्क होने दे संपर्क साधन थोड़ी जी दिक्कत हो रही सी चलो कोई गल नहीं सवाल साडे कोल भी बहुत सारे ने दर्शक भी तुसी भी सवाल पूछ सकते हो लाइव प्रोग्राम देख सकते हो चोपड़ा कंसल्टेंसी दे फेसबुक पेज उपर उस तो अलावा तुसी लिविंग इंडिया न्यूज़ दे फेसबुक पेज उपर भी ये सारा दा सारा जिहड़ा प्रोग्राम है लाइव देख सकते हो अपने जिहड़े सवाल है प्रोग्राम च कॉल करके भी पूछ सकते हो प्रोग्राम तो बाद भी पूछ सकते हो कमेंट सैक्शन च भी तुसी अपने जिहड़े सवाल है वो पूछ सकते हो सो आस्ट्रेलिया की थोड़ी जी गल कर ला बैंड स्कोर कई बच्चे ऐसे ने जिन्हां दे 2 मॉड्यूल 5.5 बैंड ने 3 मॉड्यूल च 5.5 बैंड ने सो उन्हां बच्चों वास्ते की ऑप्शन हैगा आस्ट्रेलिया जा सकदा हो बच्चा बिल्कुल जे आप आस्ट्रेलिया की गल करिए आस्ट्रेलिया इस पक्षों थोड़ा जा लीनियंट है बैंड स्कोर के हिसाब नाल बट वो क्यों लीनियंट है सानू ये भी समझना जरूरी है आई नहीं है कि जे आप जी बैंड स्कोर घट आ गया आप आस्ट्रेलिया फाइल लाई तो साडा वीज़ा आ गया नहीं इहो जी गल नहीं है सानू ये चीज़ देखना बिकॉज इंडिया जिहड़ी है क्योंकि आस्ट्रेलिया ने ना हर कंट्री नू लिस्ट किया होया असेसमेंट लेवल्स दे हिसाब नाल सो इंडिया फॉल करदी है असेसमेंट लेवल 2 दे विच सो इस केस विच जे आपां इंडिया तो फाइल ला रहे हां ते थोड़े 5.5 स्कोर भी 5.5 बैंड भी है एंड तुसी असेसमेंट लेवल 1 यूनिवर्सिटी कैटेगरी विच अपनी फाइल लाने हो ना लैस डॉक्यूमेंटेशन दे नाल बस उन्होंने ये ध्यान रखना है कि थोड़ा कोर्स रेलेवेंट होना चाहिए है असेसमेंट लेवल 1 थोड़ी यूनिवर्सिटी होनी चाहिए है एंड यस ऑस्ट्रेलिया थोनू वीज़ा अप्रूवल्स दिंदा है जी बिल्कुल सो एक सवाल होर जेड़ा मैं इत्थे पूछना चाहूँगी भी हुण अपकमिंग इनटेक जेड़ा हैगा मई इनटेक है उस तो बाद सितंबर हैगा सो जेड़े बच्चों ने मई इनटेक लई अप्लाई करना है सो किन्नियां क सीटां खाली हैगियां ने वो बच्चे वेट कर लैण या फिर हुण जेड़ा यही सही टाइम हैगा इस टाइम अप्लाई करन सी जे मैं मेन टेक की गल करा मेन टेक दे काफ़ी कोर्सेज वेट लिस्टेड है बिकॉज मेन टेक जे आप देखिए तो जमा ही आ गई बिकॉज जे आप हुणे अप्लाई करांगे ऑफर लेटर भी 2 हफ्ते लऊगी एंड उस तो बाद आप वीज़ा भी अप्लाई करना है सो मेन टेक लिए आई वुड सजेस्ट कि नथिंग नॉट लेट दैन फेबररी फर्स्ट वीक एंड अकॉर्डिंगली सितंबर लिए आप मार्च फर्स्ट वीक तक आराम नाल ऑफर लेटर्स अप्लाई कर सकते हैं जी बिल्कुल सो बहुत सारे सवाल ने दर्शक कतार दे विच लगे हुए ने लेकिन वेला हुण इजाजत लैण दा हो गया सो अपने रुझेवें च सानू समा देण लई बहुत बहुत धन्यवाद सत श्री अकाल जी सो वेला हो गया जान दा हुण तुसी रखो अपना ध्यान ते देखदे रहो लिविंग इंडिया न्यूज़ सत श्री अकाल।